आन बहाबी खान ने जद खबर सुनाई, सरदार तेरा सरदार नी कर गया चढ़ाई। मरदा वांगू लड़िया शहादत पाई, जिधर फिर गया दलां विच कर गया सफाई। ना पिछे मुड़ के देखिया ना कंड विखाई, जब दारू सिक्का फूकिया फिर तेग उठाई। पिछ सबर हवा लहू दी एक कांग विखाई, कुलवंत सिंघा सरदार ने सिर नाल निभाई। वाहेगुरु जी का खालसा, वाहेगुरु जी की फतेह। सरदार श्याम ਸਿੰਘ ਅਟਾਰੀ ਵਾਲੇ ਸਿੱਖ ਰਾਜ ਦੇ ਇੱਕ ਮਹਾਨ ਤੇ ਅਦੁੱਤੀ ਜਰਨੈਲ ਹੋਏ ਹਨ। ਇਹਨਾਂ ਦਾ ਖਾਨਦਾਨ ਜੈਸਲਮੇਰ ਦੇ ਪੱਟੀ ਰਾਜਪੂਤਾਂ ਨਾਲ ਸੰਬੰਧ ਰੱਖਦਾ ਸੀ। ਖੈਰ ਕੁਛ ਵੀ ਹੋਵੇ, ਗੱਲ ਤਾਂ ਖਾਨਦਾਨ ਦੀ ਬਿਲਕੁਲ ਨਹੀਂ ਹੈ, ਗੱਲ ਤਾਂ ਸਾਰੀ ਹੀ ਭਗਤੀ ਅਤੇ ਸ਼ਕਤੀ ਦੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਉਹਨਾਂ ਨੂੰ ਰਾਜੇ ਬਣਾਇਆ ਹੈ ਜਿਨ੍ਹਾਂ ਦਾ ਵਿਚਾਰਿਆਂ ਦਾ ਨਾ ਤੇ ਕੁਲ ਹੁੰਦੀ ਸੀ, ਨਾ ਧਰਮ ਤੇ ਨਾ ਹੀ ਜਾਤ। ਜਿਨ ਕੀ ਜਾਤ ਪਾਤ ਕੁਲ ਨਾਹੀ, सरदारी ना पई कदाही, तिन ही को सरदार बनाऊं, तबे गोबिंद सिंह नाम कहाऊं। इन्हां दे वडेरे दा नां कहन चंद सी अते उस दे दो पुत्तर कोरा ते गोरा सन। पंजाब आ के इन्हां ने जगरावां लागे पिंड कौंके वसाया, जिस नूं अज कौंके कलां कहंदे हन। मिसलां दा जमाना सी, पंजाब विच सिख राजनीतिक शक्ति वजों उभर रहे सन। सिखां दी उभर रही ताकत तो प्रभावित हो के कोरे ते गोरे ने श्री ਅੰਮ੍ਰਿਤਸਰ ਸਾਹਿਬ पुज के अंम੍ਰਿਤ छकिया ਤੇ ਕੋਰੇ ਤੋਂ ਕੋਰ ਸਿੰਘ ਤੇ ਗੋਰੇ ਤੋਂ ਗੌਰ ਸਿੰਘ ਬਣ ਗਏ। ਕੁਝ ਚਿਰ ਬਾਅਦ ਇਹਨਾਂ ਨੇ ਅਜੋਕੇ ਕਸਬੇ ਅਟਾਰੀ ਤੋਂ ਚੜ੍ਹਦੇ ਪਾਸੇ ਨੂੰ ਇੱਕ ਪਿੰਡ ਕੌਂਕੇ ਵਸਾਇਆ। ਮੌਜੂਦਾ ਵਸੀ ਅਟਾਰੀ ਤੋਂ ਪਹਿਲਾਂ ਉੱਥੇ ਥੇ ਸੀ। ਇਸ ਥੇ ਤੇ ਮਹੰਤ ਰਹਿੰਦੇ ਸਨ, ਜਿਨ੍ਹਾਂ ਨੂੰ ਚੋਰਾਂ ਡਾਕੂਆਂ ਨੇ ਕਈ ਵਾਰ ਲੁੱਟਿਆ ਹੈ। ਉਹਨਾਂ ਮਹੰਤਾਂ ਨੇ ਚੋਰਾਂ ਡਾਕੂਆਂ ਤੋਂ ਤੰਗ ਆ ਕੇ ਭਾਈ ਕੋਰ ਸਿੰਘ ਤੇ ਭਾਈ ਗੌਰ ਸਿੰਘ ਨੂੰ ਬੇਨਤੀ ਕੀਤੀ। ਮਹੰਤਾਂ ਨੇ ਇਸ ਥੇ ਤੇ 3 ਮੰਜ਼ਿਲ ਮਕਾਨ ਬਣਾ ਕੇ ਦਿੱਤਾ ਤੇ ਨਾਂ ਰੱਖਿਆ ਅਟਾਰੀ। ਤੇ ਕੌਂਕੇ ਤੋਂ ਉੱਠ ਕੇ ਸਰਦਾਰਾਂ ਦਾ ਪਰਿਵਾਰ ਅਟਾਰੀ ਆਣ ਵਸਿਆ। ਅੰਮ੍ਰਿਤ ਛਕਣ ਤੋਂ ਬਾਅਦ ਗੌਰ ਸਿੰਘ ਤੇ ਕੋਰ ਸਿੰਘ ਭੰਗੀ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਰੋੜਾਂ ਵਾਲਾ ਪਾਸ ਨੌਕਰ ਹੋ ਗਏ। 1737 ਈਸਵੀ ਵਿੱਚ ਅਟਾਰੀ ਦੇ ਉਦਾਲੇ ਭਾਈ ਗੌਰ ਸਿੰਘ ਨੂੰ 7000 ਰੁਪਏ ਦੀ ਜਗੀਰ ਮਿਲੀ। ਸਰਦਾਰ ਗੁਰਬਖਸ਼ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਭਾਈ ਗੌਰ ਸਿੰਘ ਲਹਿਣਾ ਸਿੰਘ ਤੇ ਗੁੱਜਰ ਸਿੰਘ ਦਾ ਨੌਕਰ ਹੋ ਗਿਆ ਅਤੇ 8600 ਰੁਪਏ ਦੀ ਜਗੀਰ ਹੋਰ ਲਈ। ਭਾਈ ਗੌਰ ਸਿੰਘ ਦੀ ਮੌਤ ਹੋਣ ਪਿੱਛੋਂ ਉਸ ਦਾ ਲੜਕਾ ਨਿਹਾਲ ਸਿੰਘ ਸਾਹਿਬ ਸਿੰਘ ਭੰਗੇ ਗੁਜਰਾਤ ਵਾਲੇ ਕੋਲ ਨੌਕਰੀ ਕਰਨ ਲੱਗ ਪਿਆ। ਮਹਾਰਾਜਾ ਰਣਜੀਤ ਸਿੰਘ ਦੀ ਵਧਦੀ ਤਾਕਤ ਵੇਖ ਕੇ ਭੰਗੇ ਸਰਦਾਰ ਦੀ ਨੌਕਰੀ ਛੱਡ ਕੇ ਉਹਨਾਂ ਦੀ ਫੌਜ ਵਿੱਚ ਭਰਤੀ ਹੋ ਗਿਆ। ਮਹਾਰਾਜਾ ਵੱਲੋਂ ਉਹਨਾਂ ਨੂੰ 1803 ਈਸਵੀ ਵਿੱਚ 54,500 ਰੁਪਏ ਦੀ ਜਗੀਰ ਮਿਲੀ। ਉਹ ਮਹਾਰਾਜੇ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਵਿੱਚ ਸ਼ਾਮਲ ਰਿਹਾ। 1807 ਈਸਵੀ ਵਿੱਚ ਕਸੂਰ ਫਤਿਹ ਕਰਕੇ ਪਹਿਲਾ ਨਾਜ਼ਮ ਉਸੇ ਨੂੰ ਥਾਪਿਆ। ਇਸ ਦੀ ਜਾਗੀਰ ਵਧਦੀ 3,68,000 ਰੁਪਏ ਤੱਕ ਪਹੁੰਚ ਚੁੱਕੀ ਸੀ। 1817 ਈਸਵੀ ਵਿੱਚ ਮਹਾਰਾਜਾ ਆਪਣੇ ਠਹਿਰਨ ਵਾਸਤੇ ਬਣਾਏ ਬੁਰਜ, ਜੋ ਅੱਜ ਕੱਲ੍ਹ ਖੰਡਰ ਹਾਲਤ ਵਿੱਚ ਪਿੰਡ ਬਣੀਏ ਦੇ ਵਿੱਚ ਮੌਜੂਦ ਹੈ, ਪਿੰਡ ਬਣੀਏ ਦੇ ਵਿਖੇ ਠਹਿਰੇ ਹੋਏ ਸਨ। ਉਹਨਾਂ ਅਜਿਹੇ ਬੁਰਜ ਲੋਕਾਂ ਦੀਆਂ ਤਕਲੀਫਾਂ ਅਤੇ ਸ਼ਿਕਾਇਤਾਂ ਸੁਣਨ ਲਈ ਬਣਾਏ ਹੋਏ ਸਨ। ਉੱਥੇ ਮਹਾਰਾਜਾ ਸਾਹਿਬ ਸਖਤ ਬਿਮਾਰ ਹੋ ਗਏ। ਬਚਣ ਦੀ ਕੋਈ ਆਸ ਨਾ ਵੇਖ ਕੇ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ। ਸਰਦਾਰ ਸ਼ਾਮ ਸਿੰਘ ਦੇ ਪਿਤਾ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੇ ਮਹਾਰਾਜਾ ਦੇ ਪਲੰਗ ਕੋਲ ਖਲੋ ਕੇ ਵਾਹਿਗੁਰੂ ਅੱਗੇ ਸੱਚੇ ਦਿਲੋਂ ਅਰਦਾਸ ਕੀਤਾ ਤੇ ਹੇ ਸੱਚੇ ਪਾਤਸ਼ਾਹ, ਮੇਰੀ ਬਾਕੀ ਦੀ ਜ਼ਿੰਦਗੀ ਮਹਾਰਾਜਾ ਨੂੰ ਮਿਲ ਜਾਏ ਤੇ ਉਹਨਾਂ ਦੀ ਬਿਮਾਰੀ ਮੈਨੂੰ ਲੱਗ ਜਾਏ। ਅਰਦਾਸ ਸੁਣੀ ਗਈ ਤੇ ਮਹਾਰਾਜਾ ਤੰਦਰੁਸਤ ਹੋ ਗਏ। ਪਰ ਵਾਪਸ ਅਟਾਰੀ ਆ ਕੇ ਸਰਦਾਰ ਨਿਹਾਲ ਸਿੰਘ ਜੀ ਬਿਮਾਰ ਪੈ ਗਏ। ਰੱਬ ਦਾ ਭਾਣਾ ਇਸ ਤਰ੍ਹਾਂ ਵਰਤਿਆ, ਜਿਸ ਦਿਨ ਮਹਾਰਾਜਾ ਨੇ ਬਿਮਾਰੀ ਤੋਂ ਬਾਅਦ ਪਹਿਲਾ ਇਸ਼ਨਾਨ ਕੀਤਾ, ਸਰਦਾਰ ਨਿਹਾਲ ਸਿੰਘ ਉਸੇ ਦਿਨ ਜਨਵਰੀ 1818 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਮਹਾਰਾਜਾ ਆਪ ਲਾਹੌਰੋਂ ਚੱਲ ਕੇ ਅਟਾਰੀ ਪਹੁੰਚੇ ਤੇ ਸਰਦਾਰ ਨਿਹਾਲ ਸਿੰਘ ਦਾ ਆਪਣੇ ਹੱਥੀਂ ਅੰਤਮ ਸੰਸਕਾਰ ਵੀ ਕੀਤਾ। ਹਰ ਵਾਲੀ ਜਗ੍ਹਾ ਤੇ ਆਲੀਸ਼ਾਨ ਯਾਦਗਾਰ ਬਣਾਈ ਗਈ, ਜੋ ਅੱਜ ਵੀ ਬੜੀ ਚੰਗੀ ਹਾਲਤ ਵਿੱਚ ਮੌਜੂਦ ਹੈ। ਮਹਾਰਾਜਾ ਨੇ ਉਹਨਾਂ ਦੇ ਪੁੱਤਰ ਸ਼ਾਮ ਸਿੰਘ ਨੂੰ ਫੌਜਾਂ ਦਾ ਸਰਦਾਰ ਬਣਾ ਦਿੱਤਾ ਤੇ ਨਾਲ ਹੀ ਸਾਰੀ ਜਾਗੀਰ ਉਸ ਦੇ ਹਵਾਲੇ ਕਰ ਦਿੱਤੀ। ਸਰਦਾਰ ਸ਼ਾਮ ਸਿੰਘ ਨੇ ਆਪਣੀ ਕਮਾਨ ਥੱਲੇ ਸਭ ਮੁਹਿੰਮਾਂ ਵਿੱਚ ਮਹਾਰਾਜੇ ਦਾ ਸਾਥ ਦਿੱਤਾ, ਜਿੱਤਾਂ ਪ੍ਰਾਪਤ ਕੀਤੀਆਂ ਤੇ ਆਪਣੀ ਬਹਾਦਰੀ ਦੀ ਤਾਂਘ ਜਮਾਈ। ਲਾਹੌਰ ਦਰਬਾਰ ਵਿੱਚ ਸਰਦਾਰ ਸ਼ਾਮ ਸਿੰਘ ਦਾ ਪੂਰਾ ਮਾਣ ਸਤਿਕਾਰ ਸੀ। ਸਰਦਾਰ ਸ਼ਾਮ ਸਿੰਘ ਨੇ ਆਪਣੀ ਬੇਟੀ ਨਾਨਕੀ ਦਾ ਰਿਸ਼ਤਾ ਖੜਗ ਸਿੰਘ ਦੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਨਾਲ ਕਰ ਦਿੱਤਾ। 8 ਮਾਰਚ 1837 ਈਸਵੀ ਨੂੰ ਬੀਬੀ ਨਾਨਕੀ ਤੇ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ। ਰਾਜੇ ਮਹਾਰਾਜੇ ਸਮੇਤ ਅੰਗਰੇਜ਼ ਅਹੁਦੇਦਾਰ ਇਸ ਵਿੱਚ ਸ਼ਾਮਲ ਹੋਏ। ਜਿਹੜਾ ਸਿਹਰਾ ਸ਼੍ਰੀ ਅੰਮ੍ਰਿਤਸਰ ਦੇ ਇੱਕ ਜੋਹਰੀ ਨੇ ਕੰਵਰ ਨੌ ਨਿਹਾਲ ਸਿੰਘ ਲਈ ਬਣਾਇਆ ਸੀ, ਉਹ ਮਹਾਰਾਜੇ ਨੇ ਗੁਰੂ ਘਰ ਦਾ ਅਨੰਨ ਸ਼ਰਧਾਲੂ ਹੋਣ ਕਰਕੇ ਕੰਵਰ ਦੇ ਸਿਰ ਤੇ ਬੰਨਣ ਦੀ ਥਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਚੜ੍ਹਾ ਦਿੱਤਾ, ਜੋ ਅੱਜ ਵੀ ਸ਼੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਸੁਸ਼ੋਭਿਤ ਹੈ।
ਕੌਮ ਵਾਸਤੇ ਇੱਕ ਬੜਾ ਹੀ ਦੁਖਦਾਈ ਦਿਨ ਆਇਆ ਜਦੋਂ ਸਿੱਖ ਪੰਥ ਦਾ ਇੱਕ ਥੰਮ ਡਿੱਗ ਗਿਆ। 30 ਅਪ੍ਰੈਲ 1837 ਈਸਵੀ ਨੂੰ ਸਰਦਾਰ ਹਰੀ ਸਿੰਘ ਨਲੂਆ ਪਠਾਨਾਂ ਨਾਲ ਲੜਦਾ ਹੋਇਆ ਜਮਰੌਦ ਵਿੱਚ ਸ਼ਹੀਦ ਹੋ ਗਿਆ। ਉਹਨਾਂ ਦੀ ਸ਼ਹੀਦੀ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸਦਮਾ ਪਹੁੰਚਿਆ। ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਮੋਢਿਆਂ 'ਤੇ ਆਣ ਪਈਆਂ। ਨਾਲ ਹੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਕਿਉਂਕਿ ਉਹ ਹਰੀ ਸਿੰਘ ਦੇ ਸਦਮੇ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ। ਹਰੀ ਸਿੰਘ ਨਲੂਆ ਤੇ ਮਹਾਰਾਜਾ ਰਣਜੀਤ ਸਿੰਘ ਇੱਕ ਦੂਜੇ ਦੇ ਪੂਰਕ ਸਨ। ਜੇ ਮਹਾਰਾਜਾ ਕੋਈ ਚੀਜ਼ ਸੋਚਦਾ ਸੀ ਤੇ ਉਹਨੂੰ ਪੂਰਾ ਹਰੀ ਸਿੰਘ ਨਲੂਆ ਹੀ ਕਰਿਆ ਕਰਦਾ ਸੀ। ਅਖੀਰ ਪੰਜਾਬ ਦੇ ਭਾਗ ਸੜ ਗਏ। 27 ਜੂਨ 1839 ਈਸਵੀ ਨੂੰ ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਤੋਂ ਬਾਅਦ ਦਰਬਾਰ ਵਿੱਚ ਡੋਗਰਿਆਂ ਦੀਆਂ ਸਾਜ਼ਿਸ਼ਾਂ ਤੇ ਸਿੱਖ ਸਰਦਾਰਾਂ ਦੀ ਗੱਦੀ ਦੀ ਭੁੱਖ ਨੇ ਖਾਨਾ ਜੰਗੀ ਨੂੰ ਬਹੁਤ ਵਧਾਵਾ ਦਿੱਤਾ। ਡੋਗਰਿਆਂ ਨੂੰ ਇਹ ਸਭ ਕੁਝ ਪਤਾ ਸੀ ਕਿ ਖੜਗ ਸਿੰਘ ਤੇ ਕੰਵਰ ਨਿਹਾਲ ਸਿੰਘ ਬੜੇ ਹੀ ਸੂਝਵਾਨ ਤੇ ਸੱਚੇ ਸਿੱਖ ਹਨ, ਕਿਉਂਕਿ ਕੰਵਰ ਨਿਹਾਲ ਸਿੰਘ ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਟ੍ਰੇਨਡ ਕੀਤਾ ਸੀ। ਇਸ ਕਰਕੇ ਪਹਿਲੇ ਸਭ ਤੋਂ ਖੜਗ ਸਿੰਘ ਤੇ ਕੰਵਰ ਨਿਹਾਲ ਸਿੰਘ ਨੂੰ ਉਹਨਾਂ ਨੇ ਆਪਣੀ ਸਾਜ਼ਿਸ਼ਾਂ ਦਾ ਸ਼ਿਕਾਰ ਬਣਾਇਆ ਅਤੇ ਇਹਨਾਂ ਦੋਨਾਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਉਸ ਵਕਤ ਸਰਦਾਰ ਸ਼ਾਮ ਸਿੰਘ ਰਾਵਲਪਿੰਡੀ ਆਪਣੀ ਜਗੀਰ ਤੇ ਸਨ। ਇਸ ਖਾਨਾ ਜੰਗੀ ਤੋਂ ਤੰਗ ਆ ਕੇ ਸਰਦਾਰ ਸ਼ਾਮ ਸਿੰਘ ਲਾਹੌਰ ਦਰਬਾਰ ਛੱਡ ਕੇ ਅਟਾਰੀ ਚਲੇ ਗਏ। ਆਖਰ ਦਲੀਪ ਸਿੰਘ ਨੂੰ ਗੱਦੀ 'ਤੇ ਬਿਠਾਇਆ ਗਿਆ। ਮਹਾਰਾਣੀ ਜਿੰਦ ਕੌਰ ਉਸ ਦੀ ਸਰਪ੍ਰਸਤ ਬਣੀ। ਮਹਾਰਾਣੀ ਜਿੰਦਾ ਬੜੀ ਸੂਝਵਾਨ ਇਸਤਰੀ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਤੇ ਮਹਾਰਾਣੀ ਜਿੰਦ ਕੌਰ ਲੜਾਈ ਤਾਂ ਨਹੀਂ ਸੀ ਕਰਨਾ ਚਾਹੁੰਦੇ, ਪਰ ਲਾਲ ਸਿੰਘ ਤੇ ਤੇਜ ਸਿੰਘ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ। ਉਹ ਖਾਲਸਾ ਫੌਜ ਨੂੰ ਤਬਾਹ ਕਰ ਦੇਣਾ ਚਾਹੁੰਦੇ ਸਨ ਤੇ ਆਪ ਆਪਣੀ ਮਰਜ਼ੀ ਦਾ ਰਾਜ ਚਾਹੁੰਦੇ ਸਨ। ਨਵੰਬਰ 1845 ਦੇ ਆਰੰਭ ਵਿੱਚ ਸਿੱਖ ਸਰਦਾਰਾਂ ਤੇ ਫੌਜੀ ਪੰਚਾਂ ਦੀ ਸਭਾ ਹੋਈ, ਪਰ ਉੱਥੇ ਵੀ ਲਾਲ ਸਿੰਘ ਤੇ ਤੇਜ ਸਿੰਘ ਨੇ ਪੰਚਾਂ ਨੂੰ ਭੜਕਾ ਕੇ ਲੜਾਈ ਦਾ ਹਾਮੀ ਬਣਾ ਦਿੱਤਾ। ਅੰਤ ਬਹੁਤ ਸੰਮਤੀ ਲੜਾਈ ਲੜਨ ਵਾਲਿਆਂ ਦੀ ਹੋਈ। ਇਸ ਤੋਂ ਬਾਅਦ 2 ਲੜਾਈਆਂ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਹੋਈਆਂ ਅਤੇ ਲਾਲ ਸਿੰਘ ਤੇ ਤੇਜ ਸਿੰਘ ਦੇ ਗੱਦਾਰੀ ਕਾਰਨ ਸਿੱਖ ਫੌਜਾਂ ਦੀਆਂ ਹਾਰਾਂ ਹੋਈਆਂ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਅਟਾਰੀ ਵਿੱਚ ਬੈਠਾ ਜੰਗ ਦੀਆਂ ਖਬਰਾਂ ਰੋਜ਼ ਸੁਣਿਆ ਕਰਦਾ ਸੀ। ਮੁਦਕੀ ਤੇ ਫੇਰੂ ਸ਼ਹਿਰ ਦੀਆਂ ਹਾਰਾਂ ਉਸ ਦੇ ਸੀਨੇ ਵਿੱਚ ਕੰਡੇ ਵਾਂਗ ਰੜਕ ਰਹੀਆਂ ਸਨ। ਮਹਾਰਾਣੀ ਜਿੰਦਾ ਨੇ 4 ਚੁਫੇਰੇ ਨਜ਼ਰ ਦੌੜਾਈ ਤਾਂ ਸਿਰਫ ਸਰਦਾਰ ਸ਼ਾਮ ਸਿੰਘ ਹੀ ਉਸ ਨੂੰ ਨਜ਼ਰ ਆਇਆ ਜੋ ਸਿੱਖ ਰਾਜ ਦੀ ਡੁੱਬਦੀ ਬੇੜੀ ਨੂੰ ਬੰਨੇ ਲਾ ਸਕਦਾ ਸੀ। ਮਹਾਰਾਣੀ ਜਿੰਦਾ ਨੇ ਰੋਹ ਭਰੀ ਚਿੱਠੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਭੇਜੀ, ਜਿਸ ਦਾ ਢਾਡੀ ਕਲਾ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਸ਼ੀਤਲ ਨੇ ਆਪਣੀ ਕਲਮ ਨਾਲ ਇਸ ਤਰ੍ਹਾਂ ਬਿਆਨ ਕੀਤਾ ਹੈ। ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਚਿੱਤ ਵਿੱਚ ਧਾਰ ਸਿੰਘਾ, ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ, ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ, ਕਹੂ ਨੂੰ ਹਾਰ ਦੇ ਕਿਉਂ ਮਿਹਣੇ ਜਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ, ਤੇਗ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ, ਇਹ ਪਰ ਆਪਣੇ ਹੋ ਗਏ ਗੱਦਾਰ ਸਿੰਘਾ, ਦੇਸ਼ ਧਰੋਹੀ ਵਜ਼ੀਰ ਜਰਨੈਲ ਰਲ ਕੇ, ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ, ਚਾਈ ਗੁਲਾਮੀ ਦੀਆਂ ਬੇੜੀਆਂ ਪਾ, ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ, ਅਜੇ ਸਮਾਂ ਹੈ ਵਕਤ ਸੰਭਾਲ ਸਿੰਘਾ, ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ, ਲੈਂਦੀ ਦਿਸੇ ਰਣਜੀਤ ਦੀ ਪੱਗ ਮੈਨੂੰ, ਮੋਏ ਮਿੱਤਰ ਦੀ ਯੋਧਿਆ ਆਣ ਰੱਖ ਲੈ, ਮੋਏ ਮਿੱਤਰ ਦੀ ਯੋਧਿਆ ਆਣ ਰੱਖ ਲੈ। ਸਰਦਾਰ ਸ਼ਾਮ ਸਿੰਘ ਨੇ ਚਿੱਠੀ ਪੜ੍ਹੀ। ਚਿੱਠੀ ਵਿੱਚ ਦੋਵਾਂ ਲੜਾਈਆਂ ਦਾ ਵੇਰਵਾ ਤੇ ਖਾਲਸਾ ਫੌਜ ਦੇ ਹਾਰ ਦੇ ਕਾਰਨ ਸਾਫ਼-ਸਾਫ਼ ਲਿਖੇ ਹੋਏ ਸਨ। ਜਾਗੀਰਦਾਰ ਹੋਣ ਕਰਕੇ ਸਰਦਾਰ ਸ਼ਾਮ ਸਿੰਘ ਕੋਲ ਕੁਝ ਫੌਜ ਉਸ ਦੀ ਨਿੱਜੀ ਵੀ ਸੀ। ਕੁਝ ਦੇਸ਼ ਤੋਂ ਮਰ ਮਿਟਣ ਵਾਲੇ ਸੂਰਮੇ ਲਾਹੌਰ ਦਰਬਾਰ ਦੀ ਭਰਾ ਮਾਰੂ ਲੜਾਈਆਂ ਤੋਂ ਤੰਗ ਆ ਕੇ ਆਪਣੇ ਘਰਾਂ ਵਿੱਚ ਬੈਠ ਗਏ ਸਨ। ਸਰਦਾਰ ਸ਼ਾਮ ਸਿੰਘ ਨੇ ਉਹਨਾਂ ਨੂੰ ਚਿੱਠੀਆਂ ਪਾ ਕੇ ਅਟਾਰੀ ਸੱਦ ਲਿਆ। ਉਹ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਖਰੀ ਯਤਨ ਕਰਨ ਲਈ ਆਪਣੇ ਮੁੱਠੀ ਭਰ ਜਾਂਬਾਜ਼ਾਂ ਨੂੰ ਨਾਲ ਲੈ ਕੇ ਸਭਰਾਵਾਂ ਦੇ ਮੈਦਾਨ ਨੂੰ ਤੁਰ ਪਿਆ। 16 ਫਰਵਰੀ 1846 ਈਸਵੀ ਨੂੰ ਸੂਰਜ ਹਾਲੇ ਚੜ੍ਹਨ ਵਾਲਾ ਸੀ। ਰਾਜਾ ਗੁਲਾਬ ਸਿੰਘ ਨਾਲ ਹੋਏ ਸਮਝੌਤੇ ਕਾਰਨ ਅੰਗਰੇਜ਼ਾਂ ਦੇ ਜਿਹੜੇ ਹੌਸਲੇ ਸਨ ਬੜੇ ਹੀ ਉੱਚੇ ਬੁਲੰਦ ਹੋਏ ਪਏ ਸਨ। ਉਹਨਾਂ ਦਾ ਜੰਗੀ ਸਮਾਨ ਮੈਦਾਨ ਵਿੱਚ ਪਹੁੰਚ ਚੁੱਕਾ ਸੀ। ਸਰਦਾਰ ਸ਼ਾਮ ਸਿੰਘ ਵੀ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚ ਗਿਆ। ਉਸ ਨੇ ਮੋਰਚੇ ਦੀਆਂ ਸਾਰੀਆਂ ਤੋਪਾਂ ਦਾ ਮੁਆਇਨਾ ਕੀਤਾ। ਸਭਰਾਵਾਂ ਵਿੱਚ ਕੱਚਾ ਕਿਲਾ ਉਸਾਰਿਆ ਗਿਆ, ਜਿਸ ਦਾ ਨਾਂ ਫਤਿਹਗੜ੍ਹ ਰੱਖਿਆ। ਗੱਦਾਰ ਲਾਲ ਸਿੰਘ ਤੇ ਤੇਜ ਸਿੰਘ ਨੇ ਸਰਦਾਰ ਸ਼ਾਮ ਸਿੰਘ ਨੂੰ ਕਿਹਾ, ਅਸੀਂ ਜੰਗ ਜਿੱਤ ਨਹੀਂ ਸਕਾਂਗੇ। ਸਰਦਾਰ ਸ਼ਾਮ ਸਿੰਘ ਨੇ ਕਿਹਾ, ਮੈਂ ਅਟਾਰੀਓਂ ਅਰਦਾਸ ਕਰਕੇ ਤੁਰਿਆ ਹਾਂ ਕਿ ਜਾਂ ਜੰਗ ਜਿੱਤ ਕੇ ਅਟਾਰੀ ਵਾਪਸ ਜਾਣਾ ਜਾਂ ਫਿਰ ਸ਼ਹੀਦ ਹੋ ਕੇ। ਗੱਦਾਰ ਤੇਜ ਸਿੰਘ ਨੇ ਸਾਰਾ ਜੰਗੀ ਨਕਸ਼ਾ ਅੰਗਰੇਜ਼ਾਂ ਨੂੰ ਭੇਜ ਦਿੱਤਾ। ਜਦ ਜਰਨੈਲ ਹੀ ਦੁਸ਼ਮਣ ਨਾਲ ਰਲ ਜਾਣ ਤਾਂ ਫਿਰ ਜਿੱਤ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਉਸ ਵੇਲੇ ਫਿਰੋਜ਼ਪੁਰ ਵਿੱਚ ਸਿਰਫ 7000 ਫੌਜੀ ਸਨ। ਜੇ ਸਿੱਖ ਉਸ ਵੇਲੇ ਹਮਲਾ ਕਰ ਦਿੰਦੇ ਤਾਂ ਅੰਗਰੇਜ਼ ਸਦਾ ਵਾਸਤੇ ਹਾਰ ਜਾਂਦੇ ਤੇ ਜੰਗ ਦਾ ਨਕਸ਼ਾ ਕੁਝ ਹੋਰ ਹੀ ਹੁੰਦਾ। ਬਾਰੂਦ ਦੀ ਸਪਲਾਈ ਲਈ ਦਰਿਆ ਤੇ ਬੇੜੀਆਂ ਦਾ ਆਰਜੀ ਪੁਲ ਤਿਆਰ ਕੀਤਾ।
10 ਫਰਵਰੀ 1846 ਈਸਵੀ ਨੂੰ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਦਾਗੀਆਂ। ਅੱਗੋਂ ਸਿੱਖਾਂ ਨੇ ਵੀ ਤੋੜੇ ਦਾਗੇ। ਦੋਹਾਂ ਪਾਸਿਆਂ ਤੋਂ ਅੱਗ ਵਰਨ ਲੱਗੀ। 3 ਘੰਟੇ ਘਮਸਾਨ ਦਾ ਯੁੱਧ ਹੁੰਦਾ ਰਿਹਾ। ਅੰਗਰੇਜ਼ੀ ਜਰਨੈਲ ਗੱਫ ਨੇ 4 ਪਲਟਨਾਂ ਝੁਕਾਈਆਂ। ਪਹਿਲੀ ਪਲਟਨ ਸੀ 10ਵੀਂ ਪੈਦਲ ਅਤੇ ਦੂਜੀ ਮਲਕਾ ਦੀ 53ਵੀਂ ਪੈਦਲ। ਤੀਜੀ ਸੀ 43ਵੀਂ ਦੇਸੀ ਤੇ 49ਵੀਂ ਦੇਸੀ ਸਣੇ ਤੋਪਖਾਨੇ ਸਮੇਤ ਨਵੀਆਂ, ਜੋ ਅੱਗੇ ਕਿਸੇ ਲੜਾਈ ਵਿੱਚ ਸਿੱਖਾਂ ਨਾਲ ਨਹੀਂ ਸਨ ਲੜੀਆਂ। ਸਿੱਖਾਂ 'ਤੇ ਹਮਲਾ ਕਰਨ ਵਾਸਤੇ ਤਰਵੀਜ ਕੀਤੀਆਂ ਗਈਆਂ। ਅੰਗਰੇਜ਼ ਵਾਰ-ਵਾਰ ਹਮਲਾ ਕਰਦੇ ਰਹੇ ਤੇ ਖਾਲਸਾ ਫੌਜ ਦੀ ਫੌਲਾਦੀ ਕੰਧ ਨਾਲ ਟਕਰਾ ਕੇ ਵਾਪਸ ਮੁੜਦੇ ਰਹੇ। ਗਿਆਨੀ ਸੋਹਣ ਸਿੰਘ ਕੋਕੇਵਾਲੀਆ ਨੇ ਇਸ ਭਿਆਨਕ ਲੜਾਈ ਦੇ ਦ੍ਰਿਸ਼ ਨੂੰ ਇਸ ਤਰ੍ਹਾਂ ਕਲਮਬੱਧ ਕੀਤਾ ਹੈ। ਇੱਧਰ ਚੜ੍ਹਿਆ ਸ਼ਾਮ ਸਿੰਘ ਗੱਫ, ਦੂਜੇ ਪਾਸੇ ਵਾਟਰਲੂ ਦੇ ਮੈਦਾਨ ਵਿੱਚ ਪਾ ਤਗਮੇ ਖਾਸੇ। ਫਿਰਦੇ ਘੋੜੇ ਹਿਣਕਦੇ, ਛੀਂ ਖੂਨ ਪਿਆਸੇ। ਅੰਬਰ ਹਾਥੀ ਚੀਕਿਆ, ਤੂੰ ਚੜ੍ਹਿਆ ਨਾਸੇ। ਤੜ ਚੱਲਣ ਗੋਲੀਆਂ, ਜਿਉਂ ਮਹਿਲੀ ਹਾਸੇ। ਰੱਤ ਪੀਣ ਕਲਿਯੁਗਣਾ, ਭਰ ਕੇ ਕਾਸੇ। ਜਿਵੇਂ ਅੱਗ ਲੱਗੀ ਗੰਤਕਾਂ, ਪੈ ਪੈਣ ਪਟਾਕੇ। ਰਣ ਵਿੱਚ ਡਿੱਗਣ ਸੂਰਮੇ, ਹੋ ਆਸੇ ਪਾਸੇ। ਰਣ ਵਿੱਚ ਡਿੱਗਣ ਸੂਰਮੇ, ਹੋ ਆਸੇ ਪਾਸੇ। ਅਤੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਸ਼ਾਹ ਮੁਹੰਮਦ ਸਰਦਾਰ ਸ਼ਾਮ ਸਿੰਘ ਦੀ ਬਹਾਦਰੀ ਬਾਰੇ ਇਸ ਤਰ੍ਹਾਂ ਬਿਆਨ ਕਰਦਾ ਹੈ। ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ। ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹਲੇ 3 ਫਰੰਗੀ ਦੇ ਤੋੜ ਸੁੱਟੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬਨ ਸ਼ਸਤਰੀ ਜੋੜ ਵਿਛੋੜ ਸੁੱਟੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਜਦ ਲਾਲ ਸਿੰਘ ਨੇ ਵੇਖਿਆ ਕਿ ਖਾਲਸਾ ਫੌਜ ਬੜੀ ਬਹਾਦਰੀ ਨਾਲ ਸਰਦਾਰ ਸ਼ਾਮ ਸਿੰਘ ਦੀ ਕਮਾਂਡ ਥੱਲੇ ਲੜ ਰਹੀ ਹੈ ਤੇ ਉਹਨਾਂ ਦਾ ਅੰਗਰੇਜ਼ਾਂ ਨੂੰ ਜਿਤਾਉਣ ਦਾ ਵਾਅਦਾ ਕੀਤਾ ਹੋਇਆ ਹੈ, ਉਹਨਾਂ ਬਰੂਦ ਦੀਆਂ ਭਾਰੀਆਂ ਬੇੜੀਆਂ ਦਰਿਆ ਵਿੱਚ ਡੋਬ ਦਿੱਤੀਆਂ। ਬਰੂਦ ਦੀ ਥਾਂ ਪੇਟੀਆਂ ਵਿੱਚ ਸਰੋਂ ਤੇ ਰੇਤ ਭੇਜ ਦਿੱਤੀ। ਬੇੜੀਆਂ ਦਾ ਬਣਾਇਆ ਆਰਜੀ ਪੁਲ ਵੀ ਤੋੜ ਦਿੱਤਾ ਅਤੇ ਆਪਣੇ ਹਮਾਇਤੀਆਂ ਨਾਲ ਮੈਦਾਨ ਵਿੱਚੋਂ ਖਿਸਕ ਪਿਆ। ਬੰਦੂਕਚੀਆਂ ਨੂੰ ਬਰੂਦ ਮਿਲਣਾ ਬੰਦ ਹੋ ਗਿਆ। ਦੂਰ ਮਾਰੂ ਤੋਪਾਂ ਦੇ ਗੋਲੇ ਅੰਗਰੇਜ਼ੀ ਫੌਜ ਦੇ ਉੱਪਰ ਦੀ ਅਗਲੇ ਪਾਸੇ ਜਾ ਕੇ ਡਿੱਗਦੇ ਸਨ। ਐਸਾ ਕਿਉਂ? ਕਿਉਂਕਿ ਉਹਨਾਂ ਤੋਪਾਂ ਨੂੰ ਚਲਾਉਣ ਵਾਲੇ ਮੁਸਲਮਾਨ ਸਨ, ਜੋ ਤੋਪਾਂ ਦੇ ਮੂੰਹ ਉੱਚੇ ਕਰਕੇ ਚਲਾਉਂਦੇ ਸਨ ਤਾਂ ਜੋ ਦੁਸ਼ਮਣ ਦਾ ਕੋਈ ਨੁਕਸਾਨ ਨਾ ਹੋਵੇ। ਅੰਤ ਵਿੱਚ ਤੋਪਾਂ ਚੱਲਣੋਂ ਬੰਦ ਹੋ ਗਈਆਂ। ਉਦੋਂ ਤੱਕ ਅੰਗਰੇਜ਼ ਫੌਜਾਂ ਦੇ 2-3 ਥਾਵਾਂ ਤੋਂ ਸਿੱਖਾਂ ਉੱਪਰ ਹਮਲੇ ਹੋ ਗਏ ਤੇ ਮੋਰਚੇ ਵਿੱਚ ਅੰਗਰੇਜ਼ ਫੌਜਾਂ ਦਾਖਲ ਹੋ ਗਈਆਂ। ਸਿੱਖ ਵੀ ਲੱਗੇ ਆਸੇ-ਪਾਸੇ ਹੋਣ। ਐਨ ਉਸ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਅਗਲੇ ਮੋਰਚੇ 'ਤੇ ਪਹੁੰਚ ਗਿਆ। ਚਿੱਟਾ ਨੂਰਾਨੀ ਦਾੜਾ, ਚਿੱਟੀ ਪੁਸ਼ਾਕ ਵਿੱਚ ਸਜਿਆ ਹੋਇਆ ਉਹ ਸਫੈਦ ਘੋੜੇ ਉੱਤੇ ਸ਼ੋਭ ਰਿਹਾ ਸੀ। ਉਹ ਮੋਰਚੇ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਸ਼ਹਾਦਤ ਤੋਂ ਬਿਨਾਂ ਹੋਰ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਵੇਖੇ। ਉਹ ਕੌਮੀ ਪਰਵਾਨਾ, ਅਣਖ ਦਾ ਪੁਤਲਾ ਦੁਸ਼ਮਣ ਦੇ ਅੱਗੇ ਕਾਇਰਾਂ ਵਾਂਗ ਹਥਿਆਰ ਸੁੱਟਣ ਦੀ ਥਾਂ ਸ਼ਹੀਦੀ ਪਾਉਣਾ ਚਾਹੁੰਦਾ ਸੀ। ਉਸ ਨੇ ਆਪਣੀ ਫੌਜ ਨੂੰ ਵੰਗਾਰ ਕੇ ਕਿਹਾ, ਓਏ ਸੂਰਮਿਓ, ਕਲਗੀਧਰ ਦੇ ਪੁੱਤਰ ਹੋ ਤੇ ਇਸ ਗੁਲਾਮੀ ਨਾਲੋਂ ਮੌਤ ਚੰਗੀ ਹੈ। ਇਸ ਜਹਾਨ ਤਾਂ ਸਾਡੀ ਹਾਰ ਹੋ ਚੁੱਕੀ ਹੈ, ਪਰ ਅਗਲੇ ਜਹਾਨ ਦੀ ਹਾਰ ਨਹੀਂ ਸਹਿ ਸਕਾਂਗੇ। ਅਖੀਰ ਸਾਰਾ ਅਸਲਾ ਮੁੱਕ ਜਾਣ ਕਰਕੇ ਮਿਆਨੋਂ ਤਲਵਾਰ ਕੱਢ ਕੇ ਵੈਰੀਆਂ ਦੇ ਸੱਥਰ ਵਿਛਾ ਦਿੱਤੇ। ਇਸੇ ਦੌਰਾਨ ਸਰਦਾਰ ਸ਼ਾਮ ਸਿੰਘ ਦੀ ਛਾਤੀ ਦੇ ਵਿੱਚ 7 ਗੋਲੀਆਂ ਵੱਜੀਆਂ ਅਤੇ ਘੋੜੇ ਤੋਂ ਥੱਲੇ ਡਿੱਗ ਪਿਆ। ਉਹ ਆਜ਼ਾਦੀ ਦਾ ਪੁਜਾਰੀ, ਦੇਸ਼ ਤੇ ਮਰ ਮਿਟਣ ਵਾਲਾ ਸੂਰਮਾ ਸ਼ਹੀਦ ਹੋ ਕੇ ਗੁਰਪੁਰੀ ਵਿੱਚ ਜਾ ਵਸਿਆ। ਉਸ ਦੀ ਸ਼ਹਾਦਤ ਦੀ ਖਬਰ ਉਸ ਦੇ ਸਹੀਸ ਘੋੜਿਆਂ ਦੀ ਸਾਂਭ ਸੰਭਾਲ ਕਰਨ ਵਾਲਾ ਆਦਮੀ ਸੀ, ਵਹਾਬੀ ਖਾਨ ਨੇ ਅਟਾਰੀ ਜਾ ਸੁਣਾਈ, ਜਿਸ ਬਾਰੇ ਢਾਡੀ ਕੁਲਵੰਤ ਸਿੰਘ BA ਨੇ ਇਹੋ ਲਿਖਿਆ ਹੈ। ਆਣ ਵਹਾਬੀ ਖਾਨ ਨੇ ਜਦ ਖਬਰ ਸੁਣਾਈ, ਸਰਦਾਰ ਤੇਰਾ ਸਰਦਾਰ ਨੀ ਕਰ ਗਿਆ ਚੜਾਈ। ਮਰਦਾ ਵਾਂਗੂ ਲੜਿਆ ਸ਼ਹਾਦਤ ਪਾਈ, ਜਿੱਧਰ ਫਿਰ ਗਿਆ ਦਲਾਂ ਵਿੱਚ ਕਰ ਗਿਆ ਸਫਾਈ। ਨਾ ਪਿੱਛੇ ਮੁੜ ਕੇ ਵੇਖਿਆ, ਨਾ ਕੰਡ ਵਿਖਾਈ। ਜਦ ਦਾਰੂ ਸਿੱਕਾ ਮੁੱਕਿਆ, ਫਿਰ ਤੇਗ ਉਠਾਈ। ਵਿੱਚ ਸਭਰਾਵਾਂ ਲਹੂ ਦੀ ਇੱਕ ਕਾਂਗ ਵਿਖਾਈ। ਕੁਲਵੰਤ ਸਿੰਘਾ ਸਰਦਾਰ ਨੇ ਸਿਰ ਨਾਲ ਨਿਭਾਈ। ਕੁਲਵੰਤ ਸਿੰਘਾ ਸਰਦਾਰ ਨੇ ਸਿਰ ਨਾਲ ਨਿਭਾਈ। ਕਹਿੰਦੇ ਹਨ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਦੋਂ ਸ਼ਹੀਦ ਹੋ ਕੇ ਮੈਦਾਨੇ ਜੰਗ ਵਿੱਚ ਡਿੱਗਾ ਪਿਆ ਸੀ, ਉਹਦੇ ਹੱਥ ਵਿੱਚ ਜਿਹੜੀ ਤੇਗ ਫੜੀ ਹੋਈ ਸੀ, ਅੰਗਰੇਜ਼ ਫੌਜੀਆਂ ਨੇ 2.5 ਘੰਟੇ ਤੱਕ ਟਕੋਰ ਕਰਕੇ ਉਹਦੀ ਹੱਥ 'ਚੋਂ ਤੇਗ ਕੱਢੀ ਸੀ। ਸੋਚੋ ਜਰਾ, ਉਸ ਸਰਦਾਰ ਨੇ, ਉਸ ਜਰਨੈਲ ਕਲਗੀਧਰ ਪਿਤਾ ਦੀ ਕਲਗੀ ਉੱਪਰ ਹੀਰਾ ਕਿਵੇਂ ਜੜਿਆ ਹੋਏਗਾ, ਕਿਸ ਤਰ੍ਹਾਂ ਦੀ ਤੇਗ ਚਲਾਈ ਹੋਏਗੀ 60 ਸਾਲ ਦੀ ਉਮਰ ਦੇ ਵਿੱਚ ਕਿ ਹੱਥ ਇੰਨਾ ਸੁੱਜ ਗਿਆ ਸੀ ਕਿ ਉਹਦੇ ਹੱਥ ਵਿੱਚੋਂ 2.5 ਘੰਟੇ ਤੱਕ ਗੋਰੇ ਕਿਰਪਾਨ ਨਹੀਂ ਕੱਢ ਸਕੇ। ਇੱਕ ਅੰਗਰੇਜ਼ ਅਫਸਰ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲਾਸ਼ ਦੇ ਅੱਗੇ ਖੜਾ ਸੀ ਤੇ ਉਹਦਾ ਇੱਕ ਫੌਜੀ ਉਹਦੇ ਕੋਲ ਸ਼ਰਾਬ ਦਾ ਪਿਆਲਾ ਲੈ ਕੇ ਆਇਆ। ਉਸਨੇ ਸ਼ਰਾਬ ਦੇ ਪਿਆਲੇ ਨੂੰ ਹੱਥ ਮਾਰ ਕੇ ਪਰੇ ਸੁੱਟ ਦਿੱਤਾ ਅਤੇ ਜਦੋਂ ਉਸ ਫੌਜੀ ਨੇ ਦੇਖਿਆ ਤੇ ਉਹਨੇ ਇਹ ਵੇਖਿਆ ਕਿ ਉਹਦਾ ਜਰਨਲ ਅੱਖਾਂ ਦੇ ਵਿੱਚ ਅਥਰੂ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲਾਸ਼ ਵੱਲ ਵੇਖ ਰਿਹਾ ਹੈ, ਤਾਂ ਉਸ ਫੌਜੀ ਨੇ ਆਪਣੇ
ਕਮਾਂਡਰ ਨੂੰ ਕਿਹਾ ਕਿ ਸਾਹਿਬ ਤੁਸੀਂ ਰੋ ਕਿਉਂ ਰਹੇ ਹੋ। ਤਾਂ ਕਮਾਂਡਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵੱਲ ਇਸ਼ਾਰਾ ਕਰਦਿਆਂ ਹੋਇਆ ਉਹਨੂੰ ਸਲੂਟ ਮਾਰਿਆ ਤੇ ਕਿਹਾ, ਸਰਦਾਰ ਸਾਹਿਬ ਤੁਸੀਂ ਹਾਰੇ ਨਹੀਂ, ਤੁਸੀਂ ਹਰਾਏ ਗਏ ਹੋ। ਨਹੀਂ ਤਾਂ ਸਾਡੀ ਕੀ ਜ਼ਰੂਰਤ ਸੀ ਕਿ ਤੁਹਾਨੂੰ ਹਰਾ ਸਕਦੇ, ਜਿੰਨੀ ਬਹਾਦਰੀ ਨਾਲ ਤੁਸੀਂ ਲੜੇ ਹੋ। ਸੋ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਇੱਕ ਸਿੱਖ ਕੌਮ ਦਾ ਸੂਰਮਾ ਸਭਰਾਵਾਂ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ ਅਤੇ 20,000 ਸਿੱਖ ਫੌਜੀਆਂ ਨੇ ਵੀ ਹਾਰ ਤੋਂ ਬਾਅਦ ਆਪਣੇ ਆਪ ਨੂੰ ਸਰੈਂਡਰ ਨਹੀਂ ਕੀਤਾ। ਉਹਨਾਂ ਨੇ ਵੀ ਤੋਪਾਂ ਅੱਗੇ ਖਲੋ ਕੇ ਸ਼ਹਾਦਤਾਂ ਦੇ ਦਿੱਤੀਆਂ, ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਚਾਵਾਂ ਦੇ ਨਾਲ ਪਾਲੇ ਸਨ। 20,000 ਫੌਜੀ ਇੱਕੋ ਦਿਨ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਸੋਚੋ ਜਰਾ ਉਹ ਕਿੰਨਾ ਭਿਆਨਕ ਮੰਜ਼ਰ ਹੋਵੇਗਾ। ਸਰਦਾਰ ਸ਼ਾਮ ਸਿੰਘ ਸਭਰਾਵਾਂ ਦੇ ਮੈਦਾਨ ਵਿੱਚ ਸ਼ਹੀਦੀ ਤੋਂ ਬਾਅਦ ਸਰਦਾਰ ਜੀ ਦੀ ਦੇਹ ਅਟਾਰੀ ਵਿੱਚ ਪਹੁੰਚਾਈ ਗਈ, ਚਿਤਾ ਤਿਆਰ ਕੀਤੀ ਗਈ। ਅਟਾਰੀ ਵਿੱਚ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ। ਇਸ ਜਗ੍ਹਾ ਤੇ ਉਹਨਾਂ ਦੇ ਵਾਰਸ ਤੇ ਇਲਾਕੇ ਦੀਆਂ ਸੰਗਤਾਂ ਸ਼ਰਧਾ ਨਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਮਨਾਉਂਦੀਆਂ ਹਨ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਕਿਲ੍ਹਾ ਬਹੁਤ ਹੀ ਸੁੰਦਰ, ਬੜਾ ਆਲੀਸ਼ਾਨ ਸੀ, ਜਿਹਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਬਣੀਆਂ ਹੋਈਆਂ ਸਨ ਤੇ ਬੜੀ ਹੀ ਕਮਾਲ ਦੀ ਵਧੀਆ ਚਿੱਤਰਕਾਰੀ ਬਣੀ ਹੋਈ ਸੀ। ਪਰ ਸਾਂਭ ਸੰਭਾਲ ਨਾ ਹੋਣ ਕਰਕੇ ਕਿਲ੍ਹਾ ਢਹਿ ਢੇਰੀ ਹੋ ਗਿਆ ਹੈ। ਨਿੱਕੀਆਂ ਨਾਨਕਸ਼ਾਹੀ ਇੱਟਾਂ ਲੋਕ ਰੋੜੀ ਬਣਾਉਣ ਵਾਸਤੇ ਲੈ ਗਏ। ਅੱਜ ਕੱਲ੍ਹ ਲੋਕਾਂ ਨੇ ਉਸ ਜਗ੍ਹਾ ਮਕਾਨ ਖੜੇ ਕਰ ਦਿੱਤੇ ਹਨ। ਸਰਦਾਰ ਦੇ ਪੁਰਾਣੇ ਮਹਿਲ ਵੀ ਖਸਤਾ ਹਾਲਤ ਵਿੱਚ ਹਨ। ਪਰ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਖਾਨਦਾਨ ਵਿੱਚੋਂ ਸਰਦਾਰ ਹਰਜੀਤ ਸਿੰਘ ਦੇ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਤੇ ਉਹਨਾਂ ਦੀ ਨੂੰਹ ਬੀਬੀ ਹਰਪ੍ਰੀਆ ਕੌਰ ਨੇ ਪੁਰਾਣੇ ਮਕਾਨ ਨੂੰ ਨਿੱਕੀਆਂ ਨਾਨਕਸ਼ਾਹੀ ਇੱਟਾਂ ਨਾਲ ਆਧੁਨਿਕ ਮਕਾਨ ਦੀ ਸ਼ਕਲ ਦਿੱਤੀ ਹੈ। ਉਹਨਾਂ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਮਹਿਲ ਦੀ ਪਰੰਪਰਾ ਵੀ ਕਾਇਮ ਰੱਖੀ ਹੈ। ਅੱਜ ਲੋੜ ਹੈ ਸਾਨੂੰ ਆਪਣੇ ਇਤਿਹਾਸ, ਆਪਣੇ ਵਿਰਸੇ ਨੂੰ ਸੰਭਾਲਣ ਦੀ ਤੇ ਆਪਣੇ ਵਿਰਸੇ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਦੀ। ਅੱਜ ਤੇ ਸਾਡੇ ਕੋਲ ਨਾ ਚਮਕੌਰ ਦੀ ਗੜੀ ਦੀ ਉਹ ਸ਼ਕਲ ਰਹਿ ਗਈ ਹੈ ਤੇ ਨਾ ਹੀ 1984 ਦੀਆਂ ਉਹ ਦੀਵਾਰ ਦੇ ਵਿੱਚ ਜਿਹੜੀਆਂ ਗੋਲੀਆਂ ਵੱਜੀਆਂ ਹੋਈਆਂ ਸਨ, ਜਿਹੜੀਆਂ ਸਾਨੂੰ ਉਸ ਘੱਲੂਘਾਰੇ ਦੀ ਯਾਦ ਦਿਵਾਉਂਦੀਆਂ, ਉਹ ਰਹੀ ਹੈ। ਕੁਝ ਸਰਕਾਰੀ ਸੇਵਾਦਾਰਾਂ ਨੇ ਉਹ ਵੀ ਤੋੜ ਕੇ ਸੁੱਟ ਦਿੱਤੀ ਹੈ। ਸੋ ਸਾਨੂੰ ਆਪਣੇ ਇਤਿਹਾਸ ਨਾਲ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਫਿਰ ਰਾਜ ਕਰਕੇ ਦਿਖਾ ਸਕੀਏ ਤੇ ਗੱਦਾਰੀਆਂ ਤੋਂ ਕਿਵੇਂ ਬਚਣਾ ਹੈ, ਸਾਨੂੰ ਇਹੀ ਇਤਿਹਾਸ ਸਿਖਾਏਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।